ਸਾਰਿਆਂ ਨੂੰ ਜੈ ਮਸੀਹ ਕੀ। ਮੇਰਾ ਨਾਮ ਟਿੰਪਲ ਹੈ। ਮੈਂ ਫਿਰ ਤੋਂ ਹਾਜ਼ਰ ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤੁਹਾਡੇ ਸਭ ਦੇ ਸਾਹਮਣੇ ਲੈ ਕੇ ਖੁਦਾਵੰਦ ਦੇ ਨੇ ਵਰਸਸ ਨੂੰ, ਜੋ ਖੁਦਾਵੰਦ ਨੇ ਮੇਰੇ ਉੱਪਰ ਉਸ ਵਰਸਸ ਨੂੰ, ਉਸ ਵਚਨ ਨੂੰ, ਗਹਿਰੇ ਭੇਤ ਨੂੰ ਮੇਰੇ ਉੱਪਰ ਜ਼ਾਹਿਰ ਕੀਤਾ। ਮੈਂ ਤੁਹਾਡੇ ਸਭ ਨਾਲ ਜੋ ਸ਼ੇਅਰ ਕਰਨ ਜਾ ਰਹੀ ਹਾਂ। ਸੋ ਮੈਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ, ਇਸ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ, ਉਸ ਮੱਸੇ ਦੇ ਵਿੱਚ ਜੋ ਖੁਦਾਵੰਦ ਦਾ ਮੱਸਾ, ਜੋ ਅਭਿਸ਼ੇਕ ਅਨਮੋਲ ਹੈ। ਔਰ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਂਦੇ ਹਾਂ ਤੇ ਖੁਦਾਵੰਦ ਉਸ ਮੱਸੇ ਨੂੰ, ਉਸ ਅਭਿਸ਼ੇਕ ਨੂੰ ਸਾਡੇ ਉੱਪਰ ਉਡੇਲਦਾ ਹੈ। ਹਾਲੇਲੂਇਆ। ਸੋ ਅਸੀਂ ਪ੍ਰਾਰਥਨਾ ਕਰਦੇ ਹਾਂ ਔਰ ਫਿਰ ਖੁਦਾਵੰਦ ਦੇ ਪਵਿੱਤਰ ਕਲਾਮ ਤਰਫ ਚੱਲਦੇ ਹਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ ਪਿਤਾ ਯਿਸੂ, ਮੈਂ ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ ਮੇਰੇ ਸਾਮਰਥੀ ਪਰਮੇਸ਼ਰ, ਅੱਜ ਦੇ ਇਸ ਦਿਨ ਦੇ ਲਈ, ਅੱਜ ਦੇ ਇਸ ਸਮੇਂ ਲਈ ਜੋ ਤੁਸੀਂ ਸਾਨੂੰ ਸਭ ਨੂੰ ਬਖਸ਼ਿਆ, ਆਪਣੀ ਰਹਿਮਤ, ਆਪਣੀ ਦਇਆ ਨੂੰ ਸਾਡੇ ਉੱਪਰ ਬਰਸਾਇਆ। ਹਰ ਦੁੱਖ, ਦਰਦ, ਬਿਮਾਰੀ, ਪਰੇਸ਼ਾਨੀ, ਸ਼ੈਤਾਨਾਂ ਦੇ ਕੰਡਿਆਂ ਨੂੰ ਦੂਰ ਭਜਾਇਆ। ਪਿਤਾ ਪਰਮੇਸ਼ਰ ਜੀ, ਮੈਂ ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ, ਤੁਸੀਂ ਸਾਨੂੰ ਦੁਨੀਆਦਾਰ ਦੇ ਸਾਰੇ ਕੰਮਾਂ ਕਾਜਾਂ ਤੋਂ ਵਿਹਲੇ ਕਰਕੇ, ਪਿਤਾ ਪਰਮੇਸ਼ਰ ਫ੍ਰੀ ਕਰਕੇ, ਔਰ ਮੇਰੇ ਸਾਮਰਥੀ ਪਰਮੇਸ਼ਰ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦਾ। ਮੇਰੇ ਸਾਮਰਥੀ ਪਰਮੇਸ਼ਰ, ਮੈਂ ਤੁਹਾਡਾ ਧੰਨਵਾਦ ਕਰਦੀ ਇਸ ਹਜ਼ੂਰੀ ਲਈ, ਇਸ ਪਾਕ ਪਵਿੱਤਰ ਵਚਨ ਦੇ ਲਈ। ਪਿਤਾ ਪਰਮੇਸ਼ਰ, ਜੋ ਤੁਸੀਂ ਸਾਨੂੰ ਸਭ ਨੂੰ ਅੱਜ ਬਖਸ਼ਿਆ, ਪਿਤਾ ਪਰਮੇਸ਼ਰ, ਇਹ ਸਵਰਗੀ ਮੰਨਾ ਮੇਰੇ ਸਾਮਰਥੀ ਪਰਮੇਸ਼ਰ, ਜਿਸ ਨੂੰ ਲੈਣ ਤੋਂ ਪਹਿਲੇ ਪਿਤਾ ਪਰਮੇਸ਼ਰ ਸਾਨੂੰ ਸਭ ਨੂੰ ਇੱਕ ਅੱਛੀ ਜ਼ਮੀਨ ਬਣਾਉਣਾ, ਤਾਂ ਕਿ ਪਿਤਾ ਪਰਮੇਸ਼ਰ ਜੋ ਵਚਨ ਦਾ ਬੀਜ, ਇਸ ਜੋ ਸਪਿਰਚੁਅਲ ਪਿਤਾ ਪਰਮੇਸ਼ਰ ਜੀ ਖਾਣਾ ਜੋ ਸਾਡੇ ਅੰਦਰ ਜਾਏ, ਸਾਨੂੰ ਬਲ, ਹਿੰਮਤ, ਸ਼ਕਤੀ ਮਿਲੇ। ਔਰ ਪਿਤਾ ਪਰਮੇਸ਼ਰ ਜੀ, ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ, ਤੁਹਾਡੀਆਂ ਨਜ਼ਦੀਕੀਆਂ ਦੇ ਵਿੱਚ ਹੋਰ ਵਧੀਆ ਪਿਤਾ ਪਰਮੇਸ਼ਰ, ਤੁਹਾਡੇ ਪਵਿੱਤਰ ਕਲਾਮ ਨੂੰ ਪੜ੍ਹਨ ਲਈ ਪਿਤਾ ਪਰਮੇਸ਼ਰ ਜੀ, ਪ੍ਰਾਰਥਨਾ ਕਰਨ ਲਈ ਹਰਦਮ ਤਿਆਰ ਰਹੀਏ। ਸਾਨੂੰ ਸਭ ਨੂੰ ਅਜੇ ਅਨੁਗ੍ਰਹਿ ਦਿਓ ਮੇਰੇ ਸਾਮਰਥੀ ਪਰਮੇਸ਼ਰ। ਮੈਂ ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ। ਹੁਣ ਆਓ ਪਿਤਾ ਪਰਮੇਸ਼ਰ ਜੀ, ਇਸ ਵਚਨ ਨੂੰ ਦੇਣ ਵਿੱਚ ਮੇਰੀ ਮਦਦ ਸਹਾਇਤਾ ਕਰਨਾ, ਔਰ ਸੁਣਨ ਵਾਲਿਆਂ ਨੂੰ ਵੀ ਮਦਦ ਸਹਾਇਤਾ ਕਰਨਾ, ਉਹਨਾਂ ਨੂੰ ਅੱਛੀ ਬੁੱਧ ਦੇਣਾ। ਪਿਤਾ ਪਰਮੇਸ਼ਰ, ਸਾਡੀਆਂ ਸਭ ਦੀਆਂ ਬੰਦ ਬੁੱਧਾਂ ਨੂੰ ਖੋਲ ਦੇਣਾ। ਜੋ ਤੁਸੀਂ ਅੱਜ ਪਿਤਾ ਪਰਮੇਸ਼ਰ ਇਸ ਵਚਨ ਦੇ ਵਿੱਚੋਂ ਸਾਨੂੰ ਸਮਝਾਉਣਾ ਚਾਹੁੰਦੇ ਹੋ, ਸਾਨੂੰ ਕਹਿਣਾ ਚਾਹੁੰਦੇ ਹੋ ਪਿਤਾ ਪਰਮੇਸ਼ਰ ਜੀ, ਸਾਨੂੰ ਉਸ ਤਰ੍ਹਾਂ ਦੇ ਬਣਾਉਣਾ, ਔਰ ਸਾਨੂੰ ਉਹ ਸਮਝ ਦੇਣਾ ਕਿ ਅਸੀਂ ਉਸ ਪਲੈਨਿੰਗ ਨੂੰ, ਇਹਨਾਂ ਸ਼ਬਦਾਂ ਨੂੰ ਸਮਝ ਸਕੀਏ। ਪਿਤਾ ਪਰਮੇਸ਼ਰ, ਤੁਹਾਡੇ ਮੁੱਖ ਦੇ ਸ਼ਬਦ ਹੈ ਮੇਰੇ ਜਿੰਦਾ ਖੁਦਾਵੰਦ ਦਾ। ਤੁਹਾਡਾ ਧੰਨਵਾਦ ਕਰਦੀ, ਤੁਹਾਡਾ ਥੈਂਕਸ ਕਰਦੀ, ਔਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ। ਹਾਲੇਲੂਇਆ। ਸੋ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਕਲਾਮ ਤਰਫ ਚੱਲਦੇ ਹਾਂ। ਪਰਮੇਸ਼ਰ ਦਾ ਪਵਿੱਤਰ ਕਲਾਮ, ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ, ਅਸੀਂ ਪੜਾਂਗੇ ਅੱਜ ਯਸ਼ਾਇਆ 59 ਉਸ ਦੀ ਫਰਸਟ ਵਰਸ ਨੂੰ ਪੜਾਂਗੇ। ਔਰ ਇਸ ਵਿੱਚ ਪਰਮੇਸ਼ਰ ਦਾ ਪਵਿੱਤਰ ਕਲਾਮ ਸਾਨੂੰ ਦੱਸ ਰਿਹਾ, ਤੁਸੀਂ ਇਹ ਨਾ ਸੋਚੋ ਕਿ ਪ੍ਰਭੂ ਕਮਜ਼ੋਰ ਹੈ ਅਤੇ ਉਹ ਤੁਹਾਡਾ ਬਚਾਅ ਨਹੀਂ ਕਰ ਸਕਦਾ। ਪਰਮੇਸ਼ਰ ਪਵਿੱਤਰ ਕਲਾਮ ਸਾਨੂੰ ਦੱਸ ਰਿਹਾ ਕਿ ਤੁਸੀਂ ਇਹ ਨਾ ਸਮਝੋ ਕਿ ਮੈਂ ਕੀ ਹੈ, ਕਮਜ਼ੋਰ ਆ। ਕਿ ਤੁਸੀਂ ਸੋਚਦੇ ਹੋ, ਕਈ ਲੋਕ ਇਸ ਤਰ੍ਹਾਂ ਸੋਚ ਰਹੇ ਹੋਣਗੇ ਜਿਹਨਾਂ ਦੀਆਂ ਪ੍ਰਾਰਥਨਾਵਾਂ ਦੇ ਆਨਸਰ ਨਹੀਂ ਆ ਰਹੇ ਹੋਣਗੇ, ਜਾਂ ਜਿਹੜੇ ਪ੍ਰੋਬਲਮ 'ਚ ਹੈ, ਕੋਈ ਬਿਮਾਰੀ ਐਸੀ ਹੈ ਉਹਨਾਂ ਦੀ ਜੋ ਅਜੇ ਤੱਕ ਉਹਨਾਂ ਨੂੰ ਉਸ ਤੋਂ ਸ਼ਿਫਾ ਨਹੀਂ ਮਿਲੀ, ਔਰ ਉਹ ਆਪਣੇ ਮਨ ਵਿੱਚ ਸੋਚ ਰਹੇ ਹੋਣਗੇ, ਅਸੀਂ ਟੈਸਟਮਨੀ ਸੁਣ ਰਹੇ ਹਾਂ ਔਰ ਫਿਰ ਵੀ ਅਸੀਂ ਆਪਣੇ ਮਨ ਵਿੱਚ ਇਸ ਚੀਜ਼ ਨੂੰ ਲੈ ਕੇ ਬੈਠੇ ਹੋਏ ਹਾਂ ਕਿ ਪਤਾ ਨਹੀਂ ਮੇਰੀ ਪ੍ਰਾਰਥਨਾ ਖੁਦਾਵੰਦ ਸੁਣ ਨਹੀਂ ਰਿਹਾ। ਪਰ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਕਿ ਕੀ ਤੁਸੀਂ ਸਮਝਦੇ ਹੋ ਕਿ ਮੈਂ ਕਮਜ਼ੋਰ ਹਾਂ, ਕਿ ਮੈਂ ਤੁਹਾਨੂੰ ਬਚਾ ਨਹੀਂ ਸਕਦਾ, ਮੈਂ ਤੁਹਾਡਾ ਬਚਾ ਨਹੀਂ ਕਰ ਸਕਦਾ? ਨਹੀਂ, ਸਾਡਾ ਖੁਦਾਵੰਦ ਬਲਵਾਨ ਹੈ। ਉਹ ਸਾਨੂੰ ਕਮਜ਼ੋਰੀਆਂ ਵਿੱਚ ਸਾਨੂੰ ਕੀ ਕਰਦਾ, ਤਾਕਤ ਦਿੰਦਾ। ਜਿਸ ਤਰ੍ਹਾਂ ਹੰਨਾ ਨੂੰ ਅਸੀਂ ਲੈਂਦੇ ਹਾਂ, ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚ ਅਸੀਂ ਹੰਨਾ ਦੇ ਕਰੈਕਟਰ ਨੂੰ ਦੇਖਦੇ ਹਾਂ ਕਿ ਹੰਨਾ ਨੇ ਕੀ ਪ੍ਰਾਰਥਨਾ ਕੀਤੀ ਸੀ ਔਰ ਉਸਨੂੰ ਸ਼ਰਮਿੰਦਗੀ ਤੋਂ ਬਾਹਰ ਕੱਢਿਆ ਸੀ। ਜੋ ਉਸਦੀ ਸ਼ਰਮਿੰਦਗੀ ਸੀ, ਬਾਝਪਨ, ਉਸਦਾ ਜੋ ਕਮਜ਼ੋਰੀ ਸੀ, ਉਸਦੀ ਜੋ ਪਰਮੇਸ਼ਰ ਨੇ ਕੀ ਕੀਤਾ, ਉਸਨੂੰ ਉਸ ਵਿੱਚੋਂ ਬਾਹਰ ਕੀਤਾ, ਉਹਨੂੰ ਪੂਰਨ ਬਣਾਇਆ। ਖੁਦਾਵੰਦ ਨੇ ਉਸਨੂੰ ਉਸ ਪ੍ਰੋਬਲਮ ਦੇ ਵਿੱਚੋਂ ਬਾਹਰ ਕੱਢਿਆ। ਖੁਦਾਵੰਦ ਕਮਜ਼ੋਰ ਨਹੀਂ, ਖੁਦਾਵੰਦ ਨੇ ਉਸ ਕਮਜ਼ੋਰ ਨੂੰ, ਉਸਦੀ ਜੋ ਵੀਕਨੈਸ ਸੀ, ਉਸਦੀ ਬਾਡੀ ਵਿੱਚ ਜੋ ਚੀਜ਼ ਜੋ ਇੱਕ ਬੱਚੇ ਨੂੰ ਪੈਦਾ ਕਰਨ ਵਾਸਤੇ ਜ਼ਰੂਰੀ ਸੀ, ਉਹ ਚੀਜ਼ ਦੀ ਕਮੀ ਸੀ ਜੋ ਉਸਦੀ ਲਾਈਫ ਦੇ ਵਿੱਚ, ਜਾਂ ਹੋਰ ਵੀ ਜੋ ਕਮੀਆਂ ਸੀ, ਪਰਮੇਸ਼ਵਰ ਨੇ ਉਸ ਨੂੰ ਦੂਰ ਕਰਕੇ ਉਸਨੂੰ ਪੂਰਨ ਬਣਾਇਆ ਔਰ ਬੇਟੇ ਦੀ ਬਰਕਤ ਦਿੱਤੀ। ਖੁਦਾਵੰਦ ਦਾ ਹੱਥ ਕਮਜ਼ੋਰ ਨਹੀਂ ਹੈ, ਸਾਡਾ ਪਰਮੇਸ਼ਵਰ ਕਮਜ਼ੋਰ ਨਹੀਂ ਹੈ। ਇਹ ਉਹੀ ਪਰਮੇਸ਼ਵਰ ਹੈ ਜਿਸ ਨੇ ਦਾਨੀਏਲ ਨੂੰ ਸ਼ੇਰਾਂ ਦੀ ਮਾਰ ਤੋਂ ਬਚਾਇਆ। ਜਦੋਂ ਦਾਨੀਏਲ ਨੂੰ ਸ਼ੇਰਾਂ ਦੇ ਕੋਨੇ ਵਿੱਚ ਪਾ ਦਿੱਤਾ ਗਿਆ ਸੀਗਾ, ਜਦੋਂ ਇੱਕ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਸਿਵਾਏ ਉਸ ਰਾਜੇ ਤੋਂ ਬਿਨਾਂ ਉਸ ਦੇਸ਼ ਵਿੱਚ ਹੋਰ ਕਿਸੇ ਦੀ ਪੂਜਾ ਨਹੀਂ ਹੋਏਗੀ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਹੋਏਗੀ ਸਿਵਾਏ ਉਸ ਰਾਜੇ ਤੋਂ, ਉਸ ਦੀ ਮਹਿਮਾ ਕਰਨੀ ਹੈ। ਔਰ ਜੋ ਐਲਾਨ ਕਰ ਦਿੱਤਾ ਗਿਆ, ਤੇ ਖੁਦਾਵੰਦ ਦੇ ਉਸ ਦਾਸ ਨੇ, ਦਾਨੀਏਲ ਨੇ ਉਸ ਚੀਜ਼ ਨੂੰ ਨਹੀਂ ਮੰਨਿਆ। ਕਿਉਂ? ਕਿਉਂਕਿ ਉਸ ਦਾ ਪ੍ਰੇਮ ਪਰਮੇਸ਼ਰ ਦੇ ਨਾਲ ਸੀ। ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਦਿਨ ਵਿੱਚ 3 ਵਾਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਂਦਾ, ਪਰਮੇਸ਼ਰ ਦੀ ਪ੍ਰੈਜੈਂਸ ਵਿੱਚ ਜਾਂਦਾ ਸੀਗਾ, ਔਰ ਉਹ ਨਹੀਂ ਸੀ ਚਾਹੁੰਦਾ ਕਿ ਉਹ ਖੁਦਾਵੰਦ ਦੀ ਇਸ ਪ੍ਰੈਜੈਂਸ ਨੂੰ, ਇਸ ਹਜ਼ੂਰੀ ਨੂੰ ਮਿਸ ਕਰੇ।
ਜੋ ਉਸਨੂੰ ਉਸਦੀਆਂ ਕਮਜ਼ੋਰੀਆਂ ਵਿੱਚ ਪਰਮੇਸ਼ਰ ਉਸਨੂੰ ਬਲਵਾਨ ਬਣਾਉਂਦਾ ਸੀ। ਜਦੋਂ ਉਹ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਂਦਾ ਸੀਗਾ, ਪਰਮੇਸ਼ਰ ਉਸਦੇ ਗਹਿਰੇ ਗਹਿਰੇ ਭੇਤਾਂ ਨੂੰ ਜ਼ਾਹਿਰ ਕਰਦੇ ਸੀ, ਉਹਨਾਂ ਦਰਸ਼ਨਾਂ ਨੂੰ ਜ਼ਾਹਿਰ ਕਰਦੇ ਸੀਗੇ ਜੋ ਸਿਰਫ ਔਰ ਸਿਰਫ ਸਾਡਾ ਸਵਰਗੀ ਪਰਮੇਸ਼ਰ ਸਾਡੇ ਉੱਪਰ ਜ਼ਾਹਿਰ ਕਰ ਸਕਦਾ। ਪਰਮੇਸ਼ਰ ਦੀਆਂ ਹਜ਼ੂਰੀ 'ਚ ਜਾਂਦਾ ਸੀ, ਬਣਿਆ ਰਿਹਾ, ਔਰ ਉਸਨੇ ਰਾਜੇ ਦੇ ਹੁਕਮ ਨੂੰ ਨਹੀਂ ਮੰਨਿਆ, ਕਿਉਂਕਿ ਉਹਦੇ ਐਲਾਨ ਕੀਤਾ ਹੋਇਆ ਸੀ ਕਿ ਅਗਰ ਉਹ ਰਾਜੇ ਦੇ ਇਸ ਹੁਕਮ ਨੂੰ ਨਹੀਂ ਮੰਨਣਗੇ ਤਾਂ ਉਹਨਾਂ ਨੂੰ ਸ਼ੇਰਾਂ ਦੇ ਘੋਰਨੇ ਵਿੱਚ ਸੁੱਟ ਦਿੱਤਾ ਜਾਏਗਾ। ਪਰ ਦਾਨੀਏਲ ਨੇ ਸ਼ੇਰਾਂ ਦੇ ਘੋਰਨੇ ਵਿੱਚ ਜਾਣਾ ਸਵੀਕਾਰ ਕੀਤਾ, ਔਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹਨਾਂ ਨੇ ਕੀ ਕੀਤਾ? ਬਣੇ ਰਹਿਣਾ ਸਵੀਕਾਰ ਕੀਤਾ। ਔਰ ਖੁਦਾਵੰਦ ਨੇ ਉਸ ਨੂੰ ਕਮਜ਼ੋਰ ਸੀ, ਜੋ ਸ਼ੇਰਾਂ ਨਾਲ, ਇੱਕ ਇਨਸਾਨ ਜਿਹੜਾ ਸ਼ੇਰਾਂ ਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ, ਔਰ ਪਰਮੇਸ਼ਵਰ ਨੇ ਉਸ ਨੂੰ ਬਲ, ਹਿੰਮਤ, ਸ਼ਕਤੀ ਦਿੱਤੀ। ਉਸ ਦੀ ਕਮਜ਼ੋਰੀ ਦੇ ਵਿੱਚ ਖੁਦਾਵੰਦ ਨੇ ਉਸ ਨੂੰ ਆਪਣੇ ਬਲਸ਼ਾਲੀ ਹੱਥਾਂ ਨਾਲ, ਬਲਵਾਨ ਹੱਥਾਂ ਨਾਲ ਬਾਹਰ ਕੱਢਿਆ, ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰ ਦਿੱਤਾ ਖੁਦਾਵੰਦ ਨੇ, ਔਰ ਉਸ ਦਾਨੀਏਲ ਨੂੰ ਸ਼ੇਰਾਂ ਦੇ ਘੋਰਨੇ ਵਿੱਚੋਂ ਬਾਹਰ ਲੈ ਕੇ ਆਂਦਾ। ਸੋ ਅੱਜ ਖੁਦਾਵੰਦ ਸਾਨੂੰ ਵੀ ਬਚਾਉਣ ਦੀ ਤਾਕਤ ਔਰ ਕੁਵਤ ਰੱਖਦੇ ਹੈ। ਜੇ ਅਗਰ ਮੇਰਾ ਕੋਈ ਭੈਣ ਭਰਾ ਅੱਜ ਕੋਈ ਅਜੇ ਵੀ ਕੋਈ ਆਪਣੀ ਪ੍ਰੋਬਲਮ ਵਿੱਚ ਹੈ, ਚਾਹੇ ਉਹ ਗਰੀਬੀ ਹੈ, ਚਾਹੇ ਉਸਦੀ ਕੋਈ ਬਿਮਾਰੀ ਹੈ, ਚਾਹੇ ਕੁਛ ਵੀ ਹੈ, ਅਗਰ ਉਹ ਸੋਚ ਰਿਹਾ ਕਿ ਖੁਦਾਵੰਦ ਮੇਰੀ ਪ੍ਰਾਰਥਨਾ ਦਾ ਆਨਸਰ ਨਹੀਂ ਦੇ ਰਿਹਾ, ਹੋ ਸਕਦਾ ਪਰਮੇਸ਼ਰ ਮੈਨੂੰ ਇਸ ਤੋਂ ਬਾਹਰ ਨਹੀਂ ਕੱਢ ਸਕਦਾ, ਪਰ ਨਹੀਂ, ਖੁਦਾਵੰਦ ਦਾ ਵਚਨ ਸਾਨੂੰ ਕੀ ਦੱਸ ਰਿਹਾ ਕਿ ਤੁਸੀਂ ਸੋਚਦੇ ਹੋ ਕਿ ਮੈਂ ਕਮਜ਼ੋਰ ਹਾਂ, ਮੈਂ ਤੁਹਾਡਾ ਬਚਾਅ ਨਹੀਂ ਕਰ ਸਕਦਾ। ਖੁਦਾਵੰਦ ਸਾਡਾ ਬਚਾਅ ਕਰਨ ਵਾਲਾ, ਜਿਸ ਤਰ੍ਹਾਂ ਉਹਨਾਂ ਨੇ ਇਸਰਾਇਲੀ ਕੌਮ ਦਾ ਹਮੇਸ਼ਾ ਬਚਾਵ ਕੀਤਾ, ਉਹਨਾਂ ਨੂੰ ਅੱਛਾ ਖਾਣ ਪੀਣ ਪਹਿਨਣ ਵਾਸਤੇ ਦਿੱਤਾ, ਮਿਸਰ ਦੀ ਗੁਲਾਮੀ ਦੇ ਵਿੱਚੋਂ ਉਹਨਾਂ ਨੂੰ ਕਨਾਨ ਦੇਸ਼ ਵਿੱਚ ਸਹੀ ਸਲਾਮਤ ਲੈ ਕੇ ਗਏ। ਇਹ ਉਹੀ ਪਰਮੇਸ਼ਵਰ ਹੈ ਜਿਸ ਨੇ ਸ਼ੇਰਾਂ ਦੇ ਘੋਰਨੇ 'ਚ ਦਾਨੀਏਲ ਨੂੰ ਬਚਾਇਆ, ਸਦਰਕ, ਮੇਸ਼ਕ, ਅਬਦਨਗੋ ਨੂੰ ਬਲ ਦੀ ਅੱਗ ਦੀ ਭੱਠੀ ਦੇ ਵਿੱਚੋਂ ਬਚਾਇਆ। ਇਹ ਉਹੀ ਪਰਮੇਸ਼ਵਰ ਹੈ ਜੋ ਬਲਵਾਨ ਪਰਮੇਸ਼ਵਰ ਹੈ। ਇਹ ਸਾਡੀਆਂ ਕਮਜ਼ੋਰੀਆਂ, ਜਦੋਂ ਅਸੀਂ ਕਮਜ਼ੋਰ ਹੁੰਦੇ, ਅਸੀਂ ਬਿਮਾਰ ਹੋ ਜਾਂਦੇ ਹਾਂ, ਅਸੀਂ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਕਮਜ਼ੋਰ ਨੇ, ਪਰ ਅਸੀਂ ਮਾਨਸਿਕ ਤੌਰ 'ਤੇ ਵੀ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਜਾਂਦੇ ਹਾਂ। ਜਦੋਂ ਅਸੀਂ ਚੱਲ ਫਿਰ ਨਹੀਂ ਸਕਦੇ, ਅਸੀਂ ਸੋਚਦੇ ਹਾਂ ਕਿ ਹੋ ਸਕਦਾ ਮੇਰਾ ਪਰਮੇਸ਼ਰ ਮੈਨੂੰ ਬਚਾ ਨਹੀਂ ਰਿਹਾ, ਕਿ ਨਹੀਂ ਬਚਾ ਸਕਦਾ। ਇਸ ਤਰ੍ਹਾਂ ਨਹੀਂ ਸੋਚਣਾ। ਆਪਣਾ ਜਦੋਂ ਸਾਡੇ ਉੱਪਰ ਕੋਈ ਪ੍ਰੋਬਲਮ ਆਉਂਦੀ, ਸਾਨੂੰ ਕਮਜ਼ੋਰ, ਬਲਕਿ ਸਾਨੂੰ ਬਲ, ਹਿੰਮਤ, ਸ਼ਕਤੀ ਜੋ ਸਿਰਫ ਔਰ ਸਿਰਫ ਯਹੋਵਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਸਕਦੇ, ਔਰ ਉਹ ਸਾਨੂੰ ਉਦੋਂ ਮਿਲਦੀ ਜਦੋਂ ਅਸੀਂ ਪਰਮੇਸ਼ਰ ਦੀਆਂ ਨਜ਼ਦੀਕੀਆਂ ਜਾਂਦੇ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਂਦੇ ਹਾਂ, ਬਣੇ ਰਹਿੰਦੇ ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ। ਇਸ ਕਰਕੇ ਅਸੀਂ ਆਪਣੀਆਂ ਪ੍ਰੋਬਲਮਸ ਦੇ ਵਿੱਚ, ਆਪਣੀ ਬਿਮਾਰੀ ਦੇ ਵਿੱਚ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ, ਨਾ ਹੀ ਸਾਡੇ ਬਚਾਉਣ ਵਾਲੇ ਯਹੋਵਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਕਮਜ਼ੋਰ ਸਮਝਣਾ, ਕਿਉਂਕਿ ਯਹੋਵਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਨੂੰ ਬਚਾਉਣ ਦੀ ਤਾਕਤ ਔਰ ਕੁਵਤ ਰੱਖਦਾ। ਉਹ ਕਮਜ਼ੋਰ ਨਹੀਂ ਹੈ, ਸਿਰਫ ਇਹੀ ਸਾਨੂੰ ਚੈੱਕ ਕਰਦਾ ਕਿ ਕਿੰਨਾ ਕੁ ਇਹ ਮੇਰੇ ਕਰੀਬ ਆਉਂਦੇ ਹੈ। ਅਸੀਂ ਜਦੋਂ ਸਾਡਾ ਬੱਚਾ ਚੱਲਣਾ ਸਟਾਰਟ ਕਰਦਾ, ਅਸੀਂ ਉਹਨੂੰ ਉਂਗਲੀ ਪਕੜ ਕੇ ਥੋੜ੍ਹਾ ਚੱਲਣਾ ਸਿਖਾਉਂਦੇ, ਔਰ ਬਾਅਦ ਵਿੱਚ ਅਸੀਂ ਉਹਦਾ ਹੱਥ ਛੱਡ ਦਿੰਦੇ ਹਾਂ, ਔਰ ਅਸੀਂ ਚੈੱਕ ਕਰਦੇ ਹਾਂ ਕਿ ਕਿੰਨੇ ਕਦਮ ਉੱਠ ਕੇ ਮੇਰੇ ਕੋਲ ਆ ਸਕਦਾ। ਇਸੇ ਤਰ੍ਹਾਂ ਸਾਡਾ ਯਹੋਵਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਹੈ, ਸਿਰਫ ਸਾਨੂੰ ਚੈੱਕ ਕਰਦੇ ਆ, ਸਾਨੂੰ ਛੱਡਦੇ ਨਹੀਂ ਹੈ, ਜਾਂ ਉਹ ਕਮਜ਼ੋਰ ਨਹੀਂ ਹੈ ਕਿ ਸਾਨੂੰ ਉਸ ਪ੍ਰੋਬਲਮ 'ਚੋਂ, ਉਸ ਮੁਸੀਬਤ ਸਾਨੂੰ ਬਾਹਰ ਨਹੀਂ ਕੱਢ ਸਕਦੇ। ਉਹ ਸਭ ਕੁਝ ਕਰਨ ਦੀ ਸਾਮਰਥ ਔਰ ਕੁਵਤ ਰੱਖਦੇ ਆ। ਬਸ ਸਿਰਫ ਕੀ ਕਰਨਾ, ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਰਹਿਣਾ। ਬਲਕਿ ਜੇ ਅਗਰ ਬਿਮਾਰ ਹੈ ਅਸੀਂ, ਜਾਂ ਅਸੀਂ ਗਰੀਬ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਸਾਡੀ ਲਾਈਫ ਵਿੱਚ ਕੋਈ ਪ੍ਰੋਬਲਮ ਹੈ, ਤੇ ਉਸ ਟਾਈਮ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਕਮਜ਼ੋਰੀ ਵਿੱਚ, ਆਪਣੀਆਂ ਕਮਜ਼ੋਰੀਆਂ ਦੇ ਵਿੱਚ, ਆਪਣੇ ਉਹਨਾਂ ਵੀਕ ਪੁਆਇੰਟਸ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ? ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਰਹਿਣਾ ਚਾਹੀਦਾ। ਹੋਰ ਮਜ਼ਬੂਤ ਹੋਣਾ ਚਾਹੀਦਾ। ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹ ਕੇ ਅਸੀਂ ਮਜ਼ਬੂਤ ਹੋ ਸਕਦੇ। ਸਾਡਾ ਵਿਸ਼ਵਾਸ, ਸਾਡੇ ਅੰਦਰ ਆਤਮਿਕ ਵਿਸ਼ਵਾਸ ਪੈਦਾ ਹੁੰਦਾ ਜਦੋਂ ਅਸੀਂ ਖੁਦਾਵੰਦ ਦੇ ਇਸ ਪਵਿੱਤਰ ਕਲਾਮ ਨੂੰ ਪੜ੍ਹਦੇ ਹਾਂ। ਹਾਲੇਲੂਇਆ। ਸੋ ਜਿੰਨੇ ਮੇਰੇ ਭੈਣ ਭਰਾ ਅਗਰ ਉਹ ਸੋਚ ਰਿਹਾ ਹੈ ਕਿ ਅੱਜ ਤੱਕ ਸਾਡੀ ਪ੍ਰਾਰਥਨਾ ਦਾ ਆਨਸਰ ਨਹੀਂ ਆਇਆ, ਇਹਦਾ ਮਤਲਬ ਸਾਡਾ ਪਰਮੇਸ਼ਰ ਕਮਜ਼ੋਰ ਹੈ, ਸਾਨੂੰ ਉਹ ਸਾਡੀ ਪ੍ਰਾਰਥਨਾ ਦਾ ਆਨਸਰ ਨਹੀਂ ਦੇ ਸਕਦਾ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਖੁਦਾਵੰਦ ਸਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਦੇਣ ਦੇ ਹਰ ਪਲ, ਉਹ ਸਾਡੀ ਪ੍ਰਾਰਥਨਾ ਨੂੰ, ਦਾਨੀਏਲ ਨੇ ਜਦੋਂ ਪ੍ਰਾਰਥਨਾ ਕੀਤੀ ਆਪਣੇ ਲੋਕਾਂ ਵਾਸਤੇ, 21 ਦਿਨ ਦੀ ਉਹ ਫਾਸਟਿੰਗ ਕਰ ਰਿਹਾ ਸੀ, 21 ਦਿਨ ਉਹਨੇ ਰੋਜ਼ਾ ਕੀਤਾ, ਪ੍ਰਾਰਥਨਾ ਕੀਤੀਆਂ, ਔਰ ਪਰਮੇਸ਼ਵਰ ਨੇ ਜਦੋਂ ਆਨਸਰ ਭੇਜ ਦਿੱਤਾ, ਜਦੋਂ ਸਵਰਗਦੂਤ ਆਇਆ, ਮੀਕਾਇਲ ਸਵਰਗਦੂਤ ਜਦੋਂ ਆਇਆ, ਔਰ ਉਸਨੇ ਸ਼ੈਤਾਨ ਦੀ ਸੈਨਾ ਦੇ ਨਾਲ ਲੜਾਈ ਕੀਤੀ ਔਰ ਜਿੱਤ ਪ੍ਰਾਪਤ ਕੀਤੀ, ਔਰ ਜੋ ਪਰਮੇਸ਼ਵਰ ਦੇ ਸਵਰਗਦੂਤ ਨੂੰ ਭੇਜਿਆ ਸੀ, ਪਰਮੇਸ਼ਵਰ ਨੇ ਸ਼ੁਭ ਸਮਾਚਾਰ ਨੂੰ, ਉਸਦੀਆਂ ਪ੍ਰਾਰਥਨਾਵਾਂ ਦੇ ਆਨਸਰ, ਜੋ ਉਸਨੇ ਪਹਿਲੇ ਦਿਨ ਪ੍ਰਾਰਥਨਾ ਦਾ ਆਨਸਰ ਦੇ ਦਿੱਤਾ ਸੀ ਖੁਦਾਵੰਦ ਨੇ ਦਾਨੀਏਲ ਦੀਆਂ ਪ੍ਰਾਰਥਨਾ ਦਾ, ਔਰ ਉਹ ਸੋਚ ਰਿਹਾ ਸੀ ਕਿ ਮੇਰੀ ਪ੍ਰਾਰਥਨਾ ਦਾ ਜੇ ਆਨਸਰ ਨਹੀਂ ਆਇਆ, ਔਰ ਉਹ ਲਗਾਤਾਰ ਪ੍ਰਾਰਥਨਾ ਕਰ ਰਿਹਾ ਸੀਗਾ। ਇਸ ਦਾ ਮਤਲਬ ਇਹ ਹੈ
ਕਿ ਸ਼ੈਤਾਨ ਚਾਹੇ ਜਿੰਨੀ ਮਰਜ਼ੀ ਸਾਡੀ ਪ੍ਰਾਰਥਨਾ ਦੇ ਆਨਸਰ ਨੂੰ ਰੋਕ ਲੇ, ਪਰ ਸਾਡਾ ਪਰਮੇਸ਼ਵਰ ਸਾਡੀਆਂ ਪ੍ਰਾਰਥਨਾਵਾਂ ਦਾ ਆਨਸਰ ਦੇਣ ਵਿੱਚ ਸਾਮਰਥੀ ਪਰਮੇਸ਼ਵਰ ਉਹ ਕੁਵੱਤ ਰੱਖਦਾ ਸਾਡੀਆਂ ਪ੍ਰਾਰਥਨਾਵਾਂ ਦੇ ਸਾਨੂੰ ਆਨਸਰ ਦੇਣ ਵਾਸਤੇ। ਉਸਨੇ ਪਹਿਲੇ ਦਿਨ ਹੀ ਦਾਨੀਏਲ ਦੀ ਪ੍ਰਾਰਥਨਾ ਦਾ ਆਨਸਰ ਦੇ ਦਿੱਤਾ ਸੀਗਾ। ਇਸ ਕਰਕੇ ਜੇ ਅਜੇ ਸਾਡੀ ਪ੍ਰਾਰਥਨਾ ਦਾ ਆਨਸਰ ਨਹੀਂ ਆਇਆ, ਇਹਦਾ ਮਤਲਬ ਸਾਨੂੰ ਹੋਰ ਮਜ਼ਬੂਤ ਹੋਣਾ ਪਏਗਾ ਪਰਮੇਸ਼ਵਰ ਦੇ ਵਿੱਚ। ਅਸੀਂ ਕੰਟੀਨਿਊ ਪ੍ਰਾਰਥਨਾ ਕਰੀ ਜਾਣੀ ਹੈ ਜਦੋਂ ਤੱਕ ਪਰਮੇਸ਼ਵਰ ਸਾਡੀ ਪ੍ਰਾਰਥਨਾ ਦੇ ਆਨਸਰ ਨਹੀਂ ਦੇ ਦਿੰਦੇ। ਸਾਨੂੰ ਬਣੇ ਰਹਿਣਾ ਵਿਸ਼ਵਾਸ ਵਿੱਚ, ਪ੍ਰਾਰਥਨਾ ਦੇ ਵਿੱਚ, ਔਰ ਅਸੀਂ ਤਾਂ ਹੀ ਬਣ ਸਕਦੇ ਜਦੋਂ ਅਸੀਂ ਪਰਮੇਸ਼ਵਰ ਦੇ ਪਵਿੱਤਰ ਕਲਾਮ ਨੂੰ ਪੜਾਂਗੇ, ਪਰਮੇਸ਼ਵਰ ਦੀਆਂ ਨਜ਼ਦੀਕੀਆਂ 'ਚ ਜਾਵਾਂਗੇ, ਫਾਸਟਿੰਗ ਕਰਾਂਗੇ, ਪ੍ਰਾਰਥਨਾ ਕਰਾਂਗੇ। ਔਰ ਪਰਮੇਸ਼ਵਰ ਦਾ ਪਵਿੱਤਰ ਕਲਾਮ ਜਦੋਂ ਅਸੀਂ ਪੜਾਂਗੇ ਤੇ ਖੁਦਾਵੰਦ ਸਾਡੇ ਨਾਲ ਗੱਲਬਾਤ ਕਰਨਗੇ, ਪਰਮੇਸ਼ਵਰ ਰੂਹ ਸਾਡੇ ਨਾਲ ਗੱਲਾਂ ਕਰੇਗਾ, ਸਾਡੀਆਂ ਪ੍ਰਾਰਥਨਾਵਾਂ ਸਾਨੂੰ ਆਨਸਰ ਦੇਗਾ, ਜਿਸ ਤਰ੍ਹਾਂ ਦਾਨੀਏਲ ਨੂੰ ਮਿਲਿਆ ਸੀਗਾ। ਹਾਲੇਲੂਇਆ। ਸੋ ਆਓ ਅਸੀਂ ਪ੍ਰਾਰਥਨਾ ਕਰਦੇ ਹਾਂ ਅੱਜ ਦੇ ਇਸ ਪਵਿੱਤਰ ਕਲਾਮ ਦੇ ਜੋ ਪਰਮੇਸ਼ਵਰ ਨੇ ਅੱਛੇ ਮੈਸੇਜ ਸਾਨੂੰ ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ ਔਰ ਸਭ ਜਨ ਮਿਲ ਕੇ ਪ੍ਰਾਰਥਨਾ करते हैं। हालेलुया 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 हालेलुया। धन्यवाद पिता यीशु, मैं थोड़ा धन्यवाद करी, थोड़ा थैंक्स करदी मेरे सामर्थी परमेश्वर जो असीं सचमुच इन्हां वर्सेस नूं दित्ता, तुहाडे मुख दे शब्द मेरे जिंदा खुदाबंदा, जिस तरह तुसीं दानियल नूं बचाया, हन्ना दी शर्मिंदगी नूं दूर कीता पिता परमेश्वर जी, सदरक मेशक नूं बचाया, अग दी बल दी भट्ठी दे विचों बचाया पिता परमेश्वर, अपनी इस्राएली कौम नूं तुसीं सचमुच मिस्र दी गुलामी तो छुड़ाया मेरे जिंदा खुदाबंदा। जिन्ने मेरे भैन भरा जिन्नियां भी प्रॉब्लम्स विच है, कोई बीमारी विच है, कोई कर्जे विच है, जां किसी भी दुख तकलीफ दे विच है पिता परमेश्वर जी, गरीबी दे श्राप दे हेठां पिता परमेश्वर जी, अज सारे छुड़ाए जाण तुहाडे सामर्थी नाम दे विच। इन्हां दीयां कमजोरियां पिता परमेश्वर जी अज तुहाडे सामर्थी नाम दे विच इन्हां दी ताकत बन जाण, और कमजोरियां खत्म हो जाण, और बलशाली बन जाण तुहाडे सामर्थी नाम दे विच। इंदा खुदाबंदा उन अपनी सारियां प्रॉब्लम्स चों बाहर आण पिता परमेश्वर जी, क्योंकि सचमुच तुहाडा हाथ छोटा नहीं जो साडा बचा नहीं कर सकदा पिता परमेश्वर। तुसीं सचमुच बलशाली जो हवा परमेश्वर पिता परमेश्वर जी, और तुसीं सचमुच बचाउण दी सामर्थ और कुवत रख दिओ मेरे जिंदा खुदाबंदा। अज सानूं सब नूं पिता परमेश्वर साडीआं बदियां दे विचों सानूं बाहर कड्डो मेरे सामर्थी परमेश्वर, और सानूं पिता परमेश्वर सब नूं ब्लैस करो मेरे जिंदा खुदाबंदा। मैं तुहाडा धन्नवाद करदी, तुहाडा थैंक्स करदी, और इस प्रार्थना नूं मंगदी तुहाडे प्यारे बेटे प्रभु यीशु मसीह दे नाम विच, आमीन। हालेलुया।